तख्त श्री हरिमंदिर पटना साहिब के जत्थेदार के तौर पर मोदी जी ने हमको स्वयं यहाँ आमंत्रित किया है। और क्योंकि गुरु गोविंद सिंह जी मर्यादा पुरुषोत्तम रामचंद्र जी के जो बड़े पुत्र लव थे उनके वंशज हैं गुरु गोविंद सिंह जी। गुरु गोविंद सिंह जी मर्यादा पुरुषोत्तम रामचंद्र जी के जो बड़े पुत्र लव थे उनके वंशज हैं गुरु गोविंद सिंह जी। तख्त श्री हरिमंदिर पटना साहिब के जत्थेदार के तौर पर मोदी जी ने हमको स्वयं यहाँ आमंत्रित किया है। और क्योंकि गुरु गोविंद सिंह जी मर्यादा पुरुषोत्तम रामचंद्र जी के जो बड़े पुत्र लव थे उनके वंशज हैं गुरु गोविंद सिंह जी। तख्त श्री हरिमंदिर पटना साहिब के जत्थेदार के तौर पर मोदी जी ने हमको स्वयं यहाँ आमंत्रित किया है। और क्योंकि गुरु गोविंद सिंह जी मर्यादा पुरुषोत्तम रामचंद्र जी के जो बड़े पुत्र लव थे उनके वंशज हैं गुरु गोविंद सिंह जी। और कुसु के वंशज हैं गुरु नानक देव जी बेदी थे। और सोढ़ी जो है गुरु गोविंद सिंह जी वो लव के वंशज हैं। तो हमारे तो पूर्वज थे। ਹੁਣ ਸਾਡੇ ਨਾਲ ਕਾਲ ਦੇ ਉੱਤੇ ਬਿਹਾਰ ਦੀ ਧਰਤੀ ਤੋਂ ਪਟਨਾ ਸਾਹਿਬ ਦੀ ਜੋ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਭਾਈ ਲਖਵਿੰਦਰ ਸਿੰਘ ਹੋਰੀ ਉਹ ਜੁੜ ਚੁੱਕੇ ਨੇ। ਉਹਨਾਂ ਦੇ ਕੋਲੋਂ ਜਾਣਦੇ ਆ ਵੀ ਧਰਮ ਪ੍ਰਚਾਰ ਕਰਨਾ ਉਹਨਾਂ ਨੇ ਕਮੇਟੀ ਬਣਾਈ ਹੋਈ ਚੇਅਰਮੈਨ ਨੇ ਤੇ ਸਾਬਕਾ ਜਥੇਦਾਰ ਉੱਥੇ ਕੀ ਕਰ ਰਹੇ ਨੇ ਉਸ ਖਿੱਤੇ ਦੇ ਵਿੱਚ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਲਖਵਿੰਦਰ ਸਿੰਘ ਜੀ ਬਹੁਤ ਦੁੱਖ ਹੋਇਆ ਅੱਜ ਇਹ ਵੀਡੀਓ ਕਲਿੱਪ ਜਿਹੜਾ ਦੇਖ ਕੇ। ਸਾਬਕਾ ਜਥੇਦਾਰ ਜਿਹੜੇ ਸੀ ਜਿਹੜੇ ਇਕਬਾਲ ਸਿੰਘ ਹੋਰੀ ਉਹਨਾਂ ਨੇ ਤਾਂ ਸਾਰਾ ਕੁਝ ਆਪਣਾ ਨਿਸ਼ਾਵਰ ਕਰ ਦਿੱਤਾ। ਜਿਹੜੇ ਸ਼ਸਤਰ ਜਿਹੜੇ ਆਪਾਂ ਕਹਿ ਲਈਏ ਕਿ ਆਪਾਂ ਧਰਮ ਪ੍ਰਚਾਰ ਕਰਕੇ ਜਿਹੜੇ ਚੁੱਕੇ ਹੋਏ ਨੇ ਜਾਂ ਗੁਰੂ ਨਾਨਕ ਸਾਹਿਬ ਨੇ ਚੁੱਕੇ ਤੇ ਅੱਜ ਤੱਕ ਚੱਲ ਰਹੇ ਨੇ ਉਹ ਤਾਂ ਸਾਰੇ ਨਿਸ਼ਾਵਰ ਕਰ ਦਿੱਤੇ, ਆਤਮ ਸਮਰਪਣ ਕਰ ਦਿੱਤਾ ਉਹਨਾਂ ਨੇ। ਕੀ ਕਹਿਣਾ ਚਾਹੋਗੇ? ਦੇਖੋ ਜੀ, ਸਭ ਤੋਂ ਪਹਿਲਾਂ ਤੇ ਮੈਂ ਅੱਜ ਦਾ ਜਿਹੜਾ ਪ੍ਰੋਗਰਾਮ ਹੋਇਆ, ਜਿਹੜਾ ਭੂਮੀ ਪੂਜਨ ਦਾ ਜਿਹੜਾ ਪ੍ਰੋਗਰਾਮ ਹੋਇਆ, ਜਿੰਨਾ ਦਾ ਪ੍ਰੋਗਰਾਮ ਸੀ ਉਹਨਾਂ ਨੂੰ ਮੁਬਾਰਕ। ਬਿਲਕੁਲ ਬਿਲਕੁਲ। ਬਾਕੀ ਜੇ ਸੱਦਾ ਪੱਤਰ ਇਹਨਾਂ ਨੂੰ ਗਿਆ ਜੀ, ਇਹਨਾਂ ਨੇ ਉੱਥੇ ਆਖਿਆ ਕਿ ਮੈਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਜਥੇਦਾਰ, ਮੈਨੂੰ ਸੱਦਾ ਪੱਤਰ ਮੋਦੀ ਜੀ ਨੇ ਭੇਜਿਆ। ਬਿਲਕੁਲ ਕਿਹਾ। ਤੇ ਸਿੱਖ ਕੌਮ ਨੂੰ ਪਤਾ ਹੈਗਾ ਵਾ, ਸਾਰੇ ਜਗਤ ਨੂੰ ਪਤਾ ਹੈਗਾ ਕਿ ਫਿਲਹਾਲ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਨੇ ਉਹ ਭਾਈ ਰਣਜੀਤ ਸਿੰਘ ਜੀ ਗੌਰੇ ਮਸਕੀਨ ਜੀ ਨੇ। ਬਿਲਕੁਲ। ਉਹ ਦੂਸਰੀ ਗੱਲ, ਠੀਕ ਹੈ, ਉੱਥੇ ਜਾਣਾ ਉਹ ਇੱਕ ਬਹੁਤ ਵੱਡਾ ਆਪਾਂ ਨਹੀਂ ਮਸਲਾ ਨਹੀਂ ਉਹਨੂੰ ਕਹਿ ਸਕਦੇ। ਚਲੋ ਠੀਕ ਹੈ, ਉੱਥੇ ਸ਼ਾਮਲ ਹੋਏ ਸੀ ਸਾਡੇ ਦਰਬਾਰ ਸਾਹਿਬ ਹਰਿਮੰਦਰ ਜੀ ਸਾਹਿਬ, ਜਦੋਂ ਹਰਿਮੰਦਰ ਜੀ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਜੀ ਦੇ ਕੋਲੋਂ ਲਿਖਵਾਇਆ ਸੀ ਜੀ, ਉਹ ਇੱਕ ਲਗਭਗ। ਪਰ ਜਿਹੜਾ ਬਿਆਨ ਉੱਥੇ ਜਿਹੜਾ ਦਿੱਤਾ, ਜਿਹੜਾ ਇਹਨਾਂ ਨੇ ਨਵਾਂ ਬਿਆਨ ਹੋਇਆ, ਇਹਨਾਂ ਦਾ ਹਮੇਸ਼ਾ 35 ਸਾਲ ਇਹਨਾਂ ਨੇ ਜਥੇਦਾਰੀ ਕੀਤੀ ਆ, ਕੋਈ ਨਾ ਕੋਈ ਵਿਵਾਦਿਤ ਬਿਆਨ ਇਹਨਾਂ ਦਾ ਜਿਹੜਾ ਵਾ ਉਹ ਕੌਮ ਦਾ ਹਿਰਦਾ ਜਿਹੜਾ ਵਾ ਉਹ ਹੁੰਦਾ ਵਾ ਜੀ। ਅੱਜ ਵੀ ਬਹੁਤ ਵੱਡਾ ਮਤਲਬ ਇਹ ਦੁਖਦਾਈ ਬਿਆਨ ਆ। ਹੋਰ ਇਹ ਬਿਆਨ ਤੋਂ ਬਾਅਦ ਲਗਾਤਾਰ ਸੰਗਤਾਂ ਤੇ ਫੋਨ ਆ ਰਹੇ ਨਾ ਸਾਡੇ। ਮੈਂ ਹੁਣ ਥੋੜੀ ਦੇਰ ਪਹਿਲਾਂ ਸਾਡੇ ਕੁਝ ਨੌਜਵਾਨ ਵੀਰ ਨੇ ਉਹ ਫੋਨ ਕਰ ਰਹੇ ਨੇ, WhatsApp ਕਰਕੇ ਪੁੱਛ ਰਹੇ ਨੇ ਕਿ ਇਹ ਇਤਿਹਾਸ ਅੱਜ ਤੱਕ ਦੱਸਿਆ ਕਿਉਂ ਨਹੀਂ। ਜਿਹੜਾ ਇਤਿਹਾਸ ਆ ਜਿਹੜਾ ਇਤਿਹਾਸ ਬਣਾ ਕੇ ਮਤਲਬ ਜਿਹੜਾ ਕਿ ਸਾਡੇ ਅੱਗੇ ਰੱਖਣਾ, ਸਾਡੀ ਨਵੀਂ ਪਨੀਰੀ ਨੂੰ ਵਰਤਾਣਾ, ਕੀ ਅਸੀਂ ਦੱਸਾਂਗੇ? ਇਹ ਮੈਂ ਮਤਲਬ ਬੜੀ ਘੋਰ ਨਿੰਦਾ ਕਰਦਾ ਵਾਂ। ਇਹ ਜਿਹੜਾ ਬਿਆਨ ਦਿੱਤਾ ਬਹੁਤ ਮੰਦਭਾਗਾ ਬਿਆਨ ਆ। ਇਹ ਬਿਲਕੁਲ ਅਸੀਂ ਸਾਰੀ ਕੌਮ ਨੂੰ ਐਸੇ ਬਿਆਨਾਂ ਦੇ ਨਾਲ ਸਾਰੇ ਕੌਮ ਦਾ ਜਿੱਥੇ ਹਿਰਦੇ ਦਿਖਾਉਣ ਦੀ ਗੱਲ ਹੁੰਦੀ ਆ, ਉੱਥੇ ਇਹ ਜਿਹੜਾ ਇਤਿਹਾਸ ਆ ਉਹਦੇ ਨਾਲ ਅਸੀਂ ਇੱਕ ਕੌਮ ਦੇ ਇਤਿਹਾਸ ਨੂੰ ਵੀ ਇੱਕ ਦੂਸਰੇ ਪਾਸੇ ਮੋੜ ਦਿੰਦੇ ਆ। ਵਿਵਾਦ ਨੂੰ ਇੱਕ ਇਹਨਾਂ ਨੇ ਅੱਜ ਖੜਾ ਕਰ ਦਿੱਤਾ, ਹੋਰ ਇੱਕ ਵਿਵਾਦ ਖੜਾ ਕਰ ਦਿੱਤਾ। ਹਮੇਸ਼ਾ ਵਿਵਾਦਾਂ ਦੇ ਵਿੱਚ ਰਹੇ ਨੇ, ਸਮਝੇ। ਹੋਰ ਅੱਜ ਵੀ ਇਹਨਾਂ ਨੇ ਹੁਣ ਸਾਡੀ ਜਿਹੜੀ ਨਵੀਂ ਪਨੀਰੀ ਅਸੀਂ ਉਹਨਾਂ ਨੂੰ ਕੀ ਦੱਸਾਂਗੇ? ਬਿਲਕੁਲ ਬਿਲਕੁਲ ਬਿਲਕੁਲ। ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਨਾ, 35 ਸਾਲ ਜਥੇਦਾਰੀ ਤੁਸੀਂ ਕੀਤੀ ਆ, ਉਹਦੇ ਬਾਅਦ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਬਿਆਨ ਦਿੰਦੇ ਹੋ ਜੀ। ਅਸੀਂ ਅੱਜ ਤੱਕ ਕਿਤੇ ਨਹੀਂ ਪੜ੍ਹਿਆ, ਅੱਜ ਤੱਕ ਕਿਤੇ ਨਹੀਂ ਇਤਿਹਾਸ ਪੜ੍ਹਿਆ। ਤੁਸੀਂ ਕਿਸ ਬਿਨਾਂ ਇਤਿਹਾਸ ਮਤਲਬ ਤੁਸੀਂ ਦੱਸ ਰਹੇ ਹੋ?
और वो भी लाइव तुसीं होके दस रहे हो। ਲੱਖਾਂ ਕਿਤਾਬਾਂ ਬਹੁਤ- ਸਾਡੇ ਕੋਲ ਬਹੁਤ ਮੌਜੂਦ ਨੇ, ਅੱਜ ਵੀ ਲਿਟਰੇਚਰ ਸਾਡੇ ਕੋਲ ਹੈ, ਸਾਡੇ ਕੋਲ ਵਿਦਵਾਨ ਹੈਗੇ ਨੇ ਸਿੱਖ ਕੌਮ ਦੇ। ਕਿਸੇ ਨੇ ਕਦੇ ਇਹ ਗੱਲ ਦਾ ਜ਼ਿਕਰ ਨਹੀਂ ਕੀਤਾ ਜੋ ਉਹਨਾਂ ਨੇ ਅੱਜ ਜਿਹੜਾ ਦੱਸ ਦਿੱਤਾ। ਇਹ ਤਾਂ ਬੜਾ ਵੱਡਾ ਖੁਲਾਸਾ ਕਰ ਦਿੱਤਾ ਉਹਨਾਂ ਨੇ ਆਪਣੇ ਵੱਲੋਂ। ਬਿਲਕੁਲ ਬਿਲकुल बहुत बहुत ਇਹ ਜੀ ਮੈਂ ਕਹਿੰਦਾ ਇਤਿਹਾਸ ਬਿਲकुल ਇਹ ਆਪਣੇ ਉਹਨਾਂ ਦੇ ਮਤਲਬ ਵਿਵਾਦਿਤ ਬਿਆਨ, ਇਹ ਵਿਵਾਦਿਤ ਬਿਆਨਾਂ ਦੇ ਕਰਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਨੇ। ਉਹੀ ਠੀਕ ਹੈ ਅਮਨ, ਕੋਈ ਸਵਾਲ ਸਿੰਘ ਸਿੰਘ ਸਾਹਿਬ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਇਹ ਵੀ ਵੇਖਿਆ ਕਿ ਪਟਨਾ ਸਾਹਿਬ ਗੁਰੂ ਘਰ ਵਿਖੇ, ਤਖਤ ਸਾਹਿਬ ਵਿਖੇ ਕਈ ਵਿਵਾਦ ਸਾਹਮਣੇ ਆਏ, ਭਾਵੇਂ ਕਮੇਟੀ ਨੂੰ ਲੈ ਕੇ, ਭਾਵੇਂ ਗੁਰੂ ਘਰ ਦੇ ਅਧੀਨ। ਲੇਕਿਨ ਆਪਣੇ ਧਰਮ ਦੇ ਇਤਿਹਾਸ ਨੂੰ ਲੈ ਕੇ ਹਰ ਇੱਕ ਸਿੱਖ ਸੰਜੀਦਾ ਹੈ। ਜੇਕਰ ਸਾਬਕਾ ਜਥੇਦਾਰ, ਮੌਜੂਦਾ ਜਥੇਦਾਰ ਪੰਥ ਨੂੰ, ਕੌਮ ਨੂੰ ਅਗਾਂਹ ਵਧਣ ਦੀ ਸੋਚ ਦੇਣਗੇ ਤਾਂ ਕੌਮ ਨੇ ਅਗਾਂਹ ਜਾਣਾ। ਜੇਕਰ ਤਾਂ ਅਸੀਂ ਅੱਜ ਦੇ ਵਿੱਚ ਹੀ ਉਸੇ ਗੁੰਝਲ ਦੇ ਵਿੱਚ ਕੌਮ ਨੂੰ, ਨੌਜਵਾਨ ਪੀੜ੍ਹੀ ਨੂੰ ਰੱਖ ਦਿੱਤਾ ਤਾਂ ਉਸ ਗੁੰਝਲ ਨੂੰ ਸੁਲਝਾਉਣ ਦੇ ਵਿੱਚ ਕਿ ਸਾਨੂੰ ਹੋਰ 500 ਸਾਲ ਨਹੀਂ ਲੱਗ ਜਾਣਗੇ। ਬਿਲਕੁਲ ਬਿਲਕੁਲ ਜੀ, ਬਿਲकुल ਬਿਲकुਲ। ਤੁਸੀਂ ਦੇਖੋ ਜੀ, ਆਪਾਂ ਪ੍ਰਚਾਰ ਦੀ ਗੱਲ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਇਤਿਹਾਸ ਪੜ੍ਹ ਕੇ ਤੁਸੀਂ ਦੇਖ ਲਓ, 3 ਕਰੋੜ ਸੰਗਤਾਂ ਨੂੰ ਜੋੜਿਆ, 3 ਕਰੋੜ। ਪਰ ਅੱਜ ਵੀ ਸਾਡੀ ਗਿਣਤੀ ਜਿਤਨੀ ਆ, ਸਾਡੇ ਅਸੀਂ ਕਹਿੰਦੇ ਸਾਡੇ ਸਿੱਖ ਕੌਮ 2% ਰਹਿ ਗਈ, 1.5% ਰਹਿ ਗਈ। ਸਾਡਾ ਪ੍ਰਚਾਰ ਕਿੱਥੇ ਗਿਆ? ਫਿਰ ਜਿਹੜਾ ਅਸੀਂ 500 ਸਾਲ ਤੋਂ ਅਸੀਂ ਪ੍ਰਚਾਰ ਕਰਦੇ ਆ ਰਹੇ, ਪ੍ਰਚਾਰ ਕਿੱਥੇ ਗਿਆ? ਇਹ ਐਸੇ ਗਲਤ ਪ੍ਰਚਾਰ, ਐਸੇ ਗਲਤ ਇਤਿਹਾਸ, ਐਸੇ ਵਿਵਾਦਤ ਜਿਹੜੇ ਬਿਆਨ ਦੇ ਕੇ ਇਹ ਕੌਮ ਨੂੰ ਹਮੇਸ਼ਾ ਮਤਲਬ ਹੈ ਕਿ ਬਿਲਕੁਲ ਸਿੰਘ ਸਾਹਿਬ, ਅਸੀਂ ਹੁਣ ਚਾਹੁੰਦੇ ਹਾਂ ਕਿ ਤੁਸੀਂ ਸੰਗਤਾਂ ਨੂੰ ਥੋੜਾ ਇਹ ਦੱਸੋ ਕਿ ਬਤੌਰ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਤੁਸੀਂ ਆਪ ਕਿਸ ਤਰੀਕੇ ਦਾ ਐਕਸ਼ਨ ਚਾਹੁੰਦੇ ਹੋ ਕਿ ਹੋਏ? ਕਿਉਂਕਿ ਸੰਗਤਾਂ ਨੇ ਤਾਂ ਇਹੀ ਕਹਿਣਾ ਕਿ ਬਿਆਨ ਤਾਂ ਦੇ ਦਿੱਤਾ, ਅੱਗੇ ਹੋਣਾ ਕੀ ਹੈ? ਸ਼੍ਰੀ ਅਕਾਲ ਤਖਤ ਸਾਹਿਬ ਤੱਕ ਵੀ ਇਹ ਮਾਮਲੇ ਨੂੰ ਪਹੁੰਚਾਇਆ ਜਾਏਗਾ। ਮੇਰੇ ਖਿਆਲ ਨਾਲ ਆਪ ਪਹੁੰਚ ਹੀ ਗਿਆ ਹੋਵੇਗਾ ਪੂਰਾ ਮਾਮਲਾ ਸੁਰਖੀਆਂ ਦੇ ਤੌਰ ਦੇ ਵਿੱਚ। ਬਿਲਕੁਲ ਜੀ, ਅਸੀਂ ਸ੍ਰੀ ਅਕਾਲ ਤਖਤ ਸਾਹਿਬ, ਦੇਖੋ ਸਾਡੀ ਸੁਪਰੀਮ ਬੋਡੀ ਆ, ਸਾਡੇ ਅਕਾਲ ਤਖਤ ਸਾਹਿਬ, ਅਸੀਂ ਸਾਡੇ ਜਥੇਦਾਰ ਭਾਈ ਸਾਹਿਬ ਜੀਤ ਸਿੰਘ ਸਾਹਿਬ, ਹਰਪ੍ਰੀਤ ਸਿੰਘ ਜੀ, ਉਹਨਾਂ ਨੂੰ ਅਸੀਂ ਕਵਾਂਗੇ ਕਿ ਐਸੇ ਜਿਹੜੇ ਗਲਤ ਬਿਆਨ ਦਿੱਤੇ ਨੇ ਉਹਨਾਂ ਤੇ ਮਤਲਬ ਕਾਰਵਾਈ ਹੋਣੀ ਚਾਹੀਦੀ ਹੈ, ਰੋਕ ਲੱਗਣੀ ਚਾਹੀਦੀ ਆ। ਔਰ ਸਿਰਫ ਇਹਨਾਂ ਤੇ ਨਹੀਂ, ਇਕਬਾਲ ਸਿੰਘ ਜੀ ਜਿਹੜੇ ਨੇ ਇਹਨਾਂ ਤੇ ਨਹੀਂ, ਹੋਰ ਵੀ ਮੈਂ ਕਹਿੰਦਾ ਜਿਹੜੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਬਿਆਨ ਕਰਦੇ ਆ, ਇਤਿਹਾਸ ਦੀ ਜਾਣਕਾਰੀ ਨਹੀਂ ਹੁੰਦੀ ਆ, ਇਤਿਹਾਸ ਦੀ ਹੁਣ ਦਿੱਲੀ ਦੇ ਪ੍ਰਧਾਨ ਸਾਹਿਬ ਨੇ ਵੀ ਮਤਲਬ ਜੇ ਕੁਝ ਇਸ ਤਰ੍ਹਾਂ ਦਾ ਇਤਿਹਾਸ ਉਹਨਾਂ ਨੇ ਬੋਲਿਆ ਸੀ। ਬਿਲਕੁਲ ਬਿਲਕੁਲ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਦੇ ਇਤਿਹਾਸ ਨੂੰ ਉਹਨਾਂ ਨੇ ਮਿਕਸ ਕਰ ਦਿੱਤਾ। ਹਾਂਜੀ ਹਾਂਜੀ, ਮਿਕਸ ਕਰ ਦਿੱਤਾ ਸੀ। ਤੇ ਉਹ ਜਥੇਦਾਰ ਸਾਹਿਬ, ਅਕਾਲ ਤਖਤ ਸਾਹਿਬ ਜਥੇਦਾਰ, ਉਹਨਾਂ ਤੇ ਕੋਈ ਐਕਸ਼ਨ ਲਿਆ ਸੀ। ਮੈਂ ਚਾਹਾਂਗਾ, ਅਸੀਂ ਮੰਗ ਕਰਦੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਤੇ ਕੜੀ ਕਾਰਵਾਈ ਕਰਨ। ਔਰ ਇਸ ਤਰ੍ਹਾਂ ਦੇ ਜਿਹੜੇ ਬਿਆਨ ਕੋਈ ਵੀ ਦੇ ਦਿੰਦਾ ਵਾ, ਕੋਈ ਵੀ ਉੱਠ ਕੇ ਮਤਲਬ ਜੇ ਬਿਆਨ ਦੇ ਦਿੰਦਾ ਵਾ ਸੁਰਖੀਆਂ ਲੈਣ ਵਾਸਤੇ, ਬਟੋਰਨ ਵਾਸਤੇ, ਉਹਨਾਂ ਤੇ ਬਿਲਕੁਲ ਕੜੀ ਕਾਰਵਾਈ ਹੋਣੀ ਚਾਹੀਦੀ ਹੈ। ਜੀ ਧੰਨਵਾਦ ਸਿੰਘ ਸਾਹਿਬ, ਤੁਸੀਂ ਜੁੜੇ ਅਕਾਲ ਚੈਨਲ ਦੇ ਨਾਲ, ਆਪਣੇ ਵਿਚਾਰ ਸਾਂਝੇ ਕੀਤੇ। ਤੇ ਅੱਜ ਦੇ ਸਮੇਂ ਦੇ ਵਿੱਚ ਕੋਸ਼ਿਸ਼ ਹੈ ਲਗਾਤਾਰ ਕਿ ਅੱਜ ਅਸੀਂ ਆਪਣੀ ਪਛਾਣ ਨੂੰ ਲੈ ਕੇ, ਅਸੀਂ ਆਪਣੀ ਹੋਂਦ ਨੂੰ ਲੈ ਕੇ, ਆਪਣੇ ਇਤਿਹਾਸ ਨੂੰ ਲੈ ਕੇ ਥੋੜਾ ਸੰਜੀਦਾ ਜ਼ਰੂਰ ਰਹੀਏ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤੁਹਾਡੇ ਕੋਲ ਉਹ ਸਭ ਕੁਝ ਹੈ ਜਿਸ ਦੇ ਨਾਲ ਅਸੀਂ ਅੱਗੇ ਵਧ ਸਕਦੇ ਹਾਂ। ਸਾਡੇ ਕੋਲ ਗੁਰੂ ਹੈ, ਸਾਡੇ ਕੋਲ ਬਾਣੀ ਹੈ। ਅਸੀਂ ਉਸ ਬਾਣੀ ਦਾ ਸਹਾਰਾ ਲੈ ਕੇ ਆਪਣੇ ਜੀਵਨ ਨੂੰ ਜੀਣ ਦੀ ਜਾਂਚ ਤਾਂ ਸਿੱਖ ਰਹੇ ਹਾਂ, ਲੇਕਿਨ ਕੀ ਅਸੀਂ ਇਸ ਵੇਲੇ ਦੁਹਰਾਏ ਦੇ ਉੱਤੇ ਪੰਥ ਨੂੰ, ਕੌਮ ਨੂੰ ਖੜਾ ਕਰਕੇ ਕਿਥੇ ਆਪਣੀ ਬਾਣੀ ਦੇ ਨਾਲ, ਕਿਥੇ ਆਪਣੇ ਗੁਰੂ ਦੇ ਨਾਲ ਖਿਲਵਾੜ ਤਾਂ ਨਹੀਂ ਕਰ ਰਹੇ? ਅਜਿਹੀ ਸੋਚ ਕਿਥੇ ਜ਼ਿਹਨ ਦੇ ਵਿੱਚ ਆਣੀ ਸ਼ੁਰੂ ਨਾ ਹੋ ਜਾਏ। ਅੱਜ ਦੇ ਸਮੇਂ ਦੇ ਵਿੱਚ ਅਸੀਂ ਜਿਸ ਵੇਲੇ ਪਟਨਾ ਸਾਹਿਬ ਦੀ ਗੱਲ ਕਰਦੇ ਹਾਂ, ਕਿਉਂਕਿ ਉੱਥੇ ਪਹਿਲਾਂ ਆਪਾਂ ਫਤਿਹ ਬੁਲਾ ਕੇ ਤੇ ਧੰਨਵਾਦ ਕਰ ਦਈਏ ਭਾਈ ਸਾਹਿਬ ਦਾ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਹੋ ਜੀ। ਬਿਲਕੁਲ ਜੀ, ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फतेह। तख़त श्री अहमद पटना साहब के जथेदार के तौर पर मोदी जी ने हमको स्वयं यहाँ आमंत्रित किया है। और क्योंकि गुरु गोविंद सिंह जी मर्यादा पुरुषोत्तम रामचंद्र जी के जो बड़े पुत्र लव थे, उनके वंशज हैं गुरु गोविंद सिंह जी। गुरु गोविंद सिंह जी मर्यादा पुरुषोत्तम रामचंद्र जी के जो बड़े पुत्र लव थे, उनके वंशज हैं गुरु गोविंद सिंह जी। तख़त श्री अहमद पटना साहब के जथेदार के तौर पर मोदी जी ने हमको स्वयं यहाँ आमंत्रित किया है। और क्योंकि
गुरु गोविंद सिंह जी मर्यादा पुरुषोत्तम रामचंद्र जी के जो बड़े पुत्र लव थे, उनके वंशज हैं गुरु गोविंद सिंह जी। तख्त श्री हरिमंदिर पटना साहिब के जथेदार के तौर पर मोदी जी ने हमको स्वयं यहाँ आमंत्रित किया है। और क्योंकि गुरु गोविंद सिंह जी मर्यादा पुरुषोत्तम रामचंद्र जी के जो बड़े पुत्र लव थे, उनके वंशज हैं गुरु गोविंद सिंह जी। और कुशु के वंशज हैं गुरु नानक देव जी बेदी थे, और सोढ़ी जो है गुरु गोविंद सिंह जी वो लव के वंशज हैं। तो हमारे तो पूर्वज थे, तो हमारे तो पूर्वज थे, तो हमारे तो पूर्वज थे, तो हमारे तो पूर्वज थे।